ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪ ਸੰਗਤਾਂ ਦੇ ਨਾਲ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਮਹਾਂਪੁਰਖਾਂ ਦਾ ਜੀਵਨ ਸਾਂਝਾ ਕੀਤਾ ਜਾਵੇਗਾ ਤੇ ਮਹਾਂਪੁਰਖਾਂ ਦੇ ਜੀਵਨ ਦਾ ਭਾਗ ਦੂਜਾ ਅੱਜ ਇਸ ਵੀਡੀਓ ਦੇ ਵਿੱਚ ਆਪ ਸੰਗਤਾਂ ਦੇ ਨਾਲ ਸਾਂਝਾ ਕਰਾਂਗੇ। ਸੰਤ ਬਾਬਾ ਜਵਾਲਾ ਸਿੰਘ ਜੀ ਦੇ ਪਿਤਾ ਸਰਦਾਰ ਨਾਰਾਇਣ ਸਿੰਘ ਜੀ ਤੇ ਉਹਨਾਂ ਦੀ ਪਤੀਵਰਤਾ ਸੁਪਤਨੀ ਰਾਜ ਕੌਰ ਆਪਣੇ ਪਿਤਾ ਪੁਰਖੀ ਪਿੰਡ ਲੰਗੇਰੀ ਵਿੱਚ ਨਿਵਾਸ ਰੱਖ ਰਹੇ ਸਨ। ਭਾਵ ਸੰਤ ਬਾਬਾ ਜਵਾਲਾ ਸਿੰਘ ਜੀ ਦੇ ਨਾਨਕੇ ਪਿੰਡ ਵਿਖੇ ਗੁਰਮਤ ਅਨੁਸਾਰ ਜੀਵਨ ਨਿਰਵਾਹ ਕਰਦੇ ਤੇ ਧਰਮ ਦੀ ਕਿਰਤ ਕਰਦੇ। ਕਿਰਤ ਵਿਰਤ ਕਰ ਧਰਮ ਦੀ ਖੱਟ ਖਵਾਲਣ ਕਾਰਕ ਰਹੀ ਦੇ ਬਾਕਾਂ ਨੂੰ ਅਪਣਾਉਂਦੇ ਸਨ। ਅਰਥਾਤ ਅੰਮ੍ਰਿਤ ਵੇਲੇ ਸਵਾ ਪਹਿਰ ਰਾਤ ਰਹਿੰਦੀ ਤੋਂ ਜਾਗਣਾ ਅਤੇ ਠੰਡੇ ਪਾਣੀ ਨਾਲ ਇਸ਼ਨਾਨ ਕਰਨ ਉਪਰੰਤ ਸ਼ਬਦ ਸੁਰਤ ਦਾ ਅਭਿਆਸ ਕਰਨਾ ਤੇ ਦਿਨ ਚੜੇ ਆਪਣੇ ਖੇਤਾਂ ਵਿੱਚ ਧਰਮ ਕਿਰਤ ਕਰਦੇ ਤੇ ਵੰਡ ਛਕਦੇ। ਮਾਤਾ ਰਾਜ ਕੌਰ ਵੀ ਉਦਮੀ ਤੇ ਫਰਤੀਲੇ ਸਰੀਰ ਦੇ ਹੋਣ ਕਾਰਨ ਆਪਣੇ ਪਤੀ ਦੇ ਵਾਂਗ ਅੰਮ੍ਰਿਤ ਵੇਲੇ ਜਾਗਦੇ, ਇਸ਼ਨਾਨ ਕਰਕੇ ਬਾਣੀ ਦਾ ਨਿਤਨੇਮ ਤੇ ਸਿਮਰਨ ਕਰਦੇ। ਪਿੱਛੋਂ ਘਰ ਦੇ ਕਾਰੋਬਾਰ ਵਿੱਚ ਰੁੱਝੇ ਰਹਿੰਦੇ। ਵਿਹਲੇ ਬੈਠਣਾ ਉਹਨਾਂ ਦੀ ਆਦਤ ਨਹੀਂ ਸੀ ਤੇ ਨਾ ਹੀ ਕਦੇ ਗਲੀ ਗੁਆਂਢ ਦੀਆਂ ਬੀਬੀਆਂ ਵਿੱਚ ਬੈਠ ਕੇ ਫਜ਼ੂਲ ਗੱਲਾਂ ਨਾਲ ਆਪਣਾ ਕੀਮਤੀ ਸਮਾਂ ਗਵਾਉਂਦੇ। ਜੇ ਕੋਈ ਬੀਬੀ ਮੱਲੋਜੀਰੀ ਆ ਕੇ ਕਿਸੇ ਦੀ ਨਿੰਦਿਆ ਚੁਗਲੀ ਕਰ ਵੀ ਦਿੰਦੀ ਤਾਂ ਮਾਤਾ ਰਾਜ ਕੌਰ ਉਸ ਨੂੰ ਇੱਕਦਮ ਰੋਕ ਕੇ ਬਾਣੀ ਨਾਲ ਪ੍ਰੀਤ ਲਾਉਣ ਦੀ ਕੋਸ਼ਿਸ਼ ਕਰਦੇ ਤੇ ਉਸ ਕੋਲੋਂ ਪ੍ਰਣ ਲੈ ਲੈਂਦੇ ਕਿ ਉਹ ਅੱਗੇ ਤੋਂ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰੇਗੀ। ਇਸ ਤਰ੍ਹਾਂ ਦੰਪਤੀ ਜੀਵਨ ਬੀਤਦਾ ਗਿਆ। ਭਾਵੇਂ ਆਪ ਜੀ ਦੇ ਗ੍ਰਹਿ 7 ਧੀਆਂ ਨੇ ਬਾਰੋ-ਬਾਰ ਜਨਮ ਲਿਆ ਸੀ, ਫਿਰ ਵੀ ਵਾਹਿਗੁਰੂ ਜੀ ਦੀ ਦਾਤ ਹੀ ਸਮਝਦੇ ਤੇ ਪ੍ਰਸੰਨ ਰਹਿੰਦੇ। ਪਰ ਪੁੱਤਰ ਦੀ ਦਾਤ ਤੋਂ ਸਖਣਾ ਘਰ ਸਮਝ ਕੇ ਮਾਤਾ ਰਾਜ ਕੌਰ ਆਏ ਗਏ ਸਾਧੂ ਅਵਿਆਗਤ ਦੀ ਸੇਵਾ ਬੜੀ ਰੀਝ ਨਾਲ ਕਰਦੇ, ਜਿਸ ਕਰਕੇ ਪੁੱਤਰ ਦੀ ਇੱਛਾ ਵੀ ਤੀਬਰ ਹੁੰਦੀ ਗਈ। ਕਿਉਂਕਿ ਧੁਰੋਂ ਫਰਮਾਨ ਹੈ, ਪੁੱਤੀ ਗੰਢ ਪਵੈ ਸੰਸਾਰ। ਵੈਸੇ ਵੀ ਸਾਡਾ ਸਮਾਜ ਪੁੱਤਰ ਵਿਹੀਨ ਮਾਤਾ ਪਿਤਾ ਨੂੰ ਔਂਤਰੇ ਕਹਿਣ ਲੱਗ ਪੈਂਦਾ ਹੈ। ਘਰ ਵਿੱਚ ਪੁੱਤਰ ਦੀ ਦਾਤ ਦੇ ਖੇਲਣ ਨਾਲ ਹੀ ਸੌਂਤਰੇ ਮੰਨਿਆ ਜਾਂਦਾ ਹੈ। ਘਰ ਵਿੱਚ ਮਾਇਆ, ਮੋਟਰ ਕਾਰਾਂ, ਹਾਥੀ ਘੋੜੇ ਆਦਿ ਭਾਵੇਂ ਸਰਬ ਸੁੱਖ ਹੋਣ, ਫਿਰ ਵੀ ਔਰਤ ਦਾ ਪੁੱਤਰ ਬਿਨਾਂ 16 ਸ਼ਿੰਗਾਰ ਅਧੂਰਾ ਹੈ। ਉਸ ਇਸਤਰੀ ਦਾ ਸਮਾਜ ਵੱਲੋਂ ਬਹੁਤ ਆਦਰ ਮਾਣ ਕੀਤਾ ਜਾਂਦਾ ਹੈ ਜਿਸ ਦੀ ਗੋਦੀ ਵਿੱਚ ਬਾਲ ਖੇਡੇ, ਕਿਉਂਕਿ ਇਸ ਨਾਲ ਗ੍ਰਸਤ ਦੀ ਗੱਡੀ ਅੱਗੇ ਤੁਰਦੀ ਹੈ। ਇਸ ਲਈ ਮਾਤਾ ਰਾਜ ਕੌਰ ਦੀ ਜ਼ਿੰਦਗੀ ਉਦਾਸੀ ਦਾ ਕਾਰਨ ਬਣੀ ਰਹਿੰਦੀ ਸੀ। ਜੇ ਉਹਨਾਂ ਦੇ ਮਨ ਵਿੱਚ ਕਦੀ ਨਿਰਾਸ਼ਾ ਦੀ ਲਕੀਰ ਵੀ ਫਿਰ ਜਾਂਦੀ ਤਾਂ ਨਾਰਾਇਣ ਸਿੰਘ ਜੀ ਆਪਣੀ ਅਰਦੰਗੀ ਨੂੰ ਧੀਰਜ ਦੇਣ ਵਾਸਤੇ ਆਨੰਦ ਬਾਣੀ ਦਾ ਇਹ ਬਾਕ ਦੁਹਰਾ ਦਿੰਦੇ, ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ। ਸਤ ਸੰਗਤ ਜਿਉਂ ਕਰਦੇ ਸਨ। ਸਿੱਕਾਂ ਸਿੱਖਦਿਆਂ ਨੂੰ ਵਾਹਿਗੁਰੂ ਜੀ ਨੇ ਮਨ ਇੱਛਤ ਖੁਸ਼ੀਆਂ ਨਾਲ ਬਿਹੜਾ ਭਰ ਦਿੱਤਾ। ਇੱਕ ਦਿਨ ਤਪ ਮੂਰਤੀ ਬ੍ਰਹਮਨੇਸ਼ਟੀ ਪਰਮਾਰਥ ਦੇ ਧਨੀ ਮਹਾਪੁਰਸ਼ ਬਾਲ ਜਤੀ ਨੇ ਵਾਹਿਗੁਰੂ ਜੀ ਦੀ ਪ੍ਰੇਰਨਾ ਲੈ ਕੇ ਇਸ ਲੰਗੇਰੀ ਪਿੰਡ ਵਿੱਚ ਆ ਚਰਨ ਪਾਏ। ਕਾਦਰ ਦੀ ਕੁਦਰਤ ਪਹਿਲਾਂ ਆਪ ਨੇ ਨਾਰਾਇਣ ਸਿੰਘ ਦੇ ਦਰਾਂ ਵੱਲ ਰਹਿਮਤ ਦੀ ਨਿਗਾਹ ਕੀਤੀ ਤੇ ਜਦੋਂ ਮਾਤਾ ਰਾਜ ਕੌਰ ਦੀ ਨਜ਼ਰ ਉਹਨਾਂ ਵੱਲ ਗਈ ਤਾਂ ਦਿਵ ਦ੍ਰਿਸ਼ਟੀ ਵਾਲੇ ਮਹਾਪੁਰਸ਼ਾਂ ਦੇ ਦਰਸ਼ਨ ਹੋਏ। ਆਤਮਾ ਬਿਹਬਲ ਹੋ ਉੱਠੀ। ਕੰਮ ਕਾਜ ਵਿੱਚੇ ਛੱਡ ਕੇ ਮਹਾਪੁਰਖਾਂ ਦੇ ਚਰਨਾਂ ਤੇ ਆਸੀਸ ਨਿਭਾਇਆ। ਨਿਮਰਤਾ ਸਹਿਤ ਮਹਾਪੁਰਸ਼ਾਂ ਨੂੰ ਘਰ ਚਰਨ ਪਾਉਣ ਲਈ ਕਿਹਾ। ਇੰਨੇ ਨੂੰ ਸਰਦਾਰ ਨਾਰਾਇਣ ਸਿੰਘ ਵੀ ਨਿਤਨੇਮ ਕਰ ਚੁੱਕੇ ਸਨ ਤੇ ਚਰਨ ਬੰਦਨਾ ਕੀਤੀ। ਮਹਾਪੁਰਸ਼ਾਂ ਤੋਂ ਦੰਪਤੀ ਨੇ ਸੇਵਾ ਲਈ ਆਗਿਆ ਮੰਗੀ ਤੇ ਮਹਾਪੁਰਸ਼ਾਂ ਦੇ ਬਚਨ ਅਨੁਸਾਰ ਪਿਆਰ ਨਾਲ ਰਿੜਕਵੀਂ ਲੱਸੀ ਵਿੱਚ ਮੱਖਣ ਪਾ ਕੇ ਛਕਾਈ। ਬਾਅਦ ਵਿੱਚ ਮਾਤਾ ਰਾਜ ਕੌਰ ਆਪਣੀਆਂ ਧੀਆਂ ਨੂੰ ਨਾਲ ਲੈ ਕੇ ਮਹਾਪੁਰਸ਼ਾਂ ਲਈ ਪ੍ਰਸ਼ਾਦਾ ਤਿਆਰ ਕਰਨ ਵਿੱਚ ਰੁੱਝ ਗਏ ਤੇ ਸਰਦਾਰ ਨਾਰਾਇਣ ਸਿੰਘ ਉਹਨਾਂ ਦੇ ਮਿੱਠੇ ਬਚਨਾਂ ਵਿੱਚ ਮੁਗਧ ਹੋ ਗਏ। 2 ਘੰਟੇ ਪਿੱਛੋਂ ਦੰਪਤੀ ਨੇ ਬੜੇ ਸਨੇਹ ਨਾਲ ਪ੍ਰਸ਼ਾਦਾ ਛਕਾਇਆ ਤੇ ਪਿੱਛੋਂ ਆਪ ਸਾਰੇ ਪਰਿਵਾਰ ਨੇ ਪ੍ਰਸ਼ਾਦੇ ਛਕੇ। ਸੰਤਾਂ ਨੂੰ ਆਰਾਮ ਕਰਨ ਲਈ ਬੇਨਤੀ ਕੀਤੀ ਤਾਂ ਆਪ ਪਲੰਘ ਤੇ ਵਿਰਾਜ ਗਏ। ਸਰਦਾਰ ਨਾਰਾਇਣ ਸਿੰਘ ਚਰਨ ਚਾਪੀ ਕਰਨ ਲੱਗ ਪਏ ਤੇ ਮਾਤਾ ਰਾਜ ਕੌਰ ਪੱਖੇ ਦੀ ਸੇਵਾ ਕਰਨ ਲੱਗ ਪਏ। 4 ਘੰਟੇ ਸੰਤ ਅਡੋਲ ਪਏ ਰਹੇ, ਫਿਰ ਚਲੇ ਜਾਣ ਦਾ ਸੰਕਲਪ ਕੀਤਾ। ਪਰ ਦੰਪਤੀ ਨੇ ਬੇਨਤੀ ਕੀਤੀ, ਹਜ਼ੂਰ ਗਰਮੀ ਦਾ ਮੌਸਮ ਹੈ, ਸ਼ਰਦਾਈ ਛਕ ਕੇ ਹੀ ਪਧਾਰਨਾ। ਦੰਪਤੀ ਜੋੜੇ ਦੇ ਅੰਤਰੀ ਪਿਆਰ ਅੱਗੇ ਸੰਤ ਕਿਵੇਂ ਨਾ ਕਰ ਸਕਦੇ ਸਨ। ਬਦਾਮ, ਪਿਸਤਾ, ਛੋਟੀ ਇਲਾਇਚੀ ਤੇ ਮਗਜ਼ ਪਾ ਕੇ ਖੂਬ ਰਗੜਾ ਲਾ ਕੇ ਤਿਆਰ ਕੀਤੀ ਸ਼ਰਦਾਈ ਸੰਤਾਂ ਨੇ ਪ੍ਰੇਮ ਸਹਿਤ ਛਕੀ। ਸਾਧ ਕੀ ਸੇਵਾ ਸਦਾ ਸੁਹੇਲੀ ਦੇ ਮਹਾਂਵਾਕ ਅਨੁਸਾਰ ਬਾਬਾ ਕਾਨਦਾਸ ਜੀ ਪ੍ਰਸੰਨ ਚਿੱਤ ਹੋ ਕੇ ਖੁਦ ਹੀ ਪੁੱਛ ਲੈਂਦੇ ਹਨ
ਕਿ ਬੀਬੀ ਜੀ ਤੁਸੀਂ ਬੜੇ ਸਾਧੂ ਸੇਵੀ ਹੋ। ਫਿਰ ਚਿਹਰੇ ਤੇ ਉਦਾਸੀ ਕਿਸ ਗੱਲ ਦੀ? ਤਾਂ ਬੇਬੇ ਰਾਜ ਕੌਰ ਨੇ ਗੱਲ ਵਿੱਚ ਪੱਲਾ ਪਾ ਕੇ ਤੇ ਬੈਰਾਗ ਵਿੱਚ ਆ ਕੇ ਬੇਨਤੀ ਕੀਤੀ ਕਿ ਸਤਿਪੁਰਸ਼ੋ, ਇਹ ਕਰ ਪੁੱਤਰ ਦੀ ਦਾਤ ਤੋਂ ਵਾਂਝਾ ਹੈ। ਈਸ਼ਵਰ ਦੀ ਰਜ਼ਾ ਨਾਲ 7 ਪੁੱਤਰੀਆਂ ਹੀ ਹਨ। ਆਪ ਜੀ ਕਿਰਪਾ ਕਰੋ। ਤਾਂ ਸਰਬੱਗ ਬਾਬਾ ਕਾਨ ਜਾਸ ਜੀ ਨੇ ਆਪਣੀ ਦਿਵ ਦ੍ਰਿਸ਼ਟੀ ਨਾਲ ਦੇਖਿਆ ਕਿ ਇਹਨਾਂ ਦੀ ਕਿਸਮਤ ਵਿੱਚ ਪੁੱਤਰ ਨਹੀਂ ਹੈ। ਪਰ ਸੰਤਾਂ ਦਾ ਬਚਨ ਸੁਣ ਕੇ ਮਾਤਾ ਰਾਜ ਕੌਰ ਹੋਰ ਬੈਰਾਗ ਵਿੱਚ ਆ ਗਏ ਤੇ ਲੱਗੇ ਅਰਜ਼ੋਈਆਂ ਕਰਨ। ਉਹਨਾਂ ਕਿਹਾ, ਸਾਧੂ ਪੁਰਸ਼ੋ, ਤੁਸੀਂ ਪਰਮੇਸ਼ਰ ਰੂਪ ਸਾਧੂ ਹੋ। ਬਾਣੀ ਦਾ ਕਥਨ ਹੈ, ਸੰਤ ਰਾਮੇ ਭੇਤ ਨਾ ਜਾਣੋ। ਸੋ ਆਪ ਵਰਗੇ ਸਾਧੂ ਪੁਰਸ਼ ਵੀ ਰੇਖ ਵਿੱਚ ਮੇਖ ਮਾਰ ਸਕਦੇ ਹੋ, ਕਿਉਂਕਿ ਸ਼ਰਧਾਲੂ ਲੋਕਾਂ ਲਈ ਰੇਖ ਵਿੱਚ ਮੇਖ ਫਕੀਰ ਚਾਹੇ ਮਾਰਨ ਨਹੀਂ ਕੌਣ ਛਡਾਵਦਾ ਬੱਧਿਆਂ ਨੂੰ। ਮਾਤਾ ਜੀ ਜੋਦੜੀਆਂ ਕਰ ਰਹੇ ਸਨ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਆਂ ਦੌਲਾ ਜੀ ਨੂੰ ਉੱਤਰ ਦਿੰਦਿਆਂ ਕਿਹਾ ਸੀ ਕਿ ਪੁੱਤਰ ਨਿਸ਼ਾਨ ਹੈ, ਦੌਲਤ ਗੁਜਰਾਨ ਹੈ, ਔਰਤ ਈਮਾਨ ਹੈ, ਫਕੀਰ ਨਾ ਹਿੰਦੂ ਨਾ ਮੁਸਲਮਾਨ ਹੈ। ਮਾਤਾ ਜੀ ਕਹਿਣ ਲੱਗੇ, ਮਹਾਪੁਰਸ਼ੋ ਕਰੋ ਕਿਰਪਾ, ਨਿਸ਼ਾਨ ਕਾਇਮ ਕਰ ਦੇਵੋ। ਜਿੰਨੀ ਦੇਰ ਮਾਤਾ ਜੀ ਅਰਜ਼ਾਂ ਕਰਦੇ ਰਹੇ ਉਨੀ ਦੇਰ ਬਾਬਾ ਕਾਨ ਦਾਸ ਜੀ ਸਮਾਧੀ ਅਸਥਿਤ ਰਹੇ। ਮਾਤਾ ਜੀ ਦੀਆਂ ਅਰਦਾਸਾਂ ਸੁਣ ਕੇ ਬਾਬਾ ਜੀ ਖਿੜਖਿੜਾ ਕੇ ਹੱਸੇ। ਪਰ ਮਾਤਾ ਜੀ ਬਾਬਿਆਂ ਦਾ ਇਹ ਕੌਤਕ ਦੇਖ ਕੇ ਹੈਰਾਨ ਹੋਏ ਤੇ ਕਾਰਨ ਪੁੱਛਿਆ। ਮਹਾਪੁਰਸ਼ਾਂ ਕਿਹਾ, ਅਸੀਂ ਵਾਹਿਗੁਰੂ ਜੀ ਦੀ ਕਿਰਤ ਦੇਖ ਕੇ ਹੱਸਦੇ ਹਾਂ। ਮਾਤਾ ਜੀ ਬੋਲੇ, ਬਾਬਾ ਜੀ ਵਾਹਿਗੁਰੂ ਦੀ ਕਿਸ ਤਰ੍ਹਾਂ ਦੀ ਕਿਰਤ ਹੈ? ਮਹਾਪੁਰਸ਼ ਕਹਿਣ ਲੱਗੇ, ਬੇਟਾ ਇੱਕ ਪਾਸੇ ਵਿਦਾਤਾ ਰੂਪ ਹੋ ਕੇ ਲੇਖ ਲਿਖ ਰਿਹਾ ਹੈ ਕਿ ਪੁੱਤਰ ਨਹੀਂ, ਪਰ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਸਾਹਿਬ ਸਰੂਪ ਹੋ ਕੇ ਵੱਡਿਆਂ ਨੂੰ ਵਰ ਦੇ ਰਿਹਾ ਹੈ ਕਿ ਭਾਈ ਕੁੰਮਾ ਸਿੰਘ ਜੀ, ਤੇਰੀ ਸੇਵਾ ਦੇ ਸਦਕੇ ਤੁਹਾਡੀ ਕੁਲ ਵਿੱਚ ਪੂਰਨ ਪੁਰਖ ਹੋਵੇਗਾ। ਪਰਮੇਸ਼ਰ ਦੀ ਇਹ ਦੋ ਰੰਗੀ ਚਾਲ ਦੇਖ ਕੇ ਮੈਂ ਹੱਸਿਆ ਹਾਂ, ਪਰ ਹੁਣ ਸਾਨੂੰ ਸਮਝ ਪਈ ਹੈ ਕਿ ਸੰਸਾਰ ਨੂੰ ਸਾਧੂ ਸੇਵਾ ਫਲ ਦਰਸਾਉਣ ਲਈ ਹੀ ਮੇਰੇ ਭਗਵਾਨ ਇਹ ਖੇਡ ਰਚੀ ਹੈ। ਹੁਣ ਆਪ ਦੰਪਤੀ ਜੋੜੇ ਨੂੰ ਗੁਰੂ ਨਾਨਕ ਤੇ ਦਾਸ ਦੀ ਸ਼ਰਧਾ ਨਾਲ ਸੇਵਾ ਕਰਨ ਦੇ ਫਲ ਵਜੋਂ ਇੱਕ ਮਹਾਪੁਰਸ਼ ਨਹੀਂ ਸਗੋਂ 2 ਪੁੱਤਰ ਹੋਰ ਸੰਸਾਰੀ ਵੀ ਹੋਣਗੇ। ਇੱਕ ਪੁੱਤਰ ਜੋ ਮਹਾਪੁਰਸ਼ ਹੋ ਕੇ ਤੁਹਾਡੀ ਕੁੱਖ ਨੂੰ ਭਾਵ ਲਵੇਗਾ, ਉਹ ਸਾਡਾ ਹੋਵੇਗਾ, ਜਿਨ੍ਹਾਂ ਦੀ ਸੰਗਤ ਕਰਕੇ ਸੰਸਾਰੀ ਜੀਵ ਗੁਰੂ ਕੇ ਸਿੱਖ ਬਣਨਗੇ ਤੇ ਗੁਰਮੁਖ ਆਪਣੀ ਰਾਹ ਦਰਸਾਉਣਗੇ। ਸੋ ਦੇਵੀ, ਤੈਂ ਤੇ ਤੇਰੇ ਪਤੀ ਦੇ ਪਿਛਲੇ ਜਨਮ ਵਿੱਚ ਵੀ ਉਗਰ ਤਪੱਸਿਆ ਕੀਤੀ ਹੈ। ਤੁਹਾਡੀ ਇੱਛਾ ਨੂੰ ਫਲ ਲੱਗਣ ਵਾਲਾ ਹੈ। ਉਹ ਤੇਰਾ ਪੁੱਤਰ ਦੇਗ ਤੇਗ ਦਾ ਧਨੀ ਹੋਵੇਗਾ ਅਤੇ ਮਹਾਨ ਹਸਤੀ ਪਰ ਪੂਰਨ ਨਿਰੰਕਾਰ ਦੇ ਅਭੇਦ ਦ੍ਰਿਸ਼ਟੀ ਵਾਲੇ ਹੋਣਗੇ, ਜੋ 10 ਗੁਰੂ ਦੇ ਪੂਰਨਿਆਂ ਤੇ ਚੱਲਦੇ ਹੋਏ ਬੇਅੰਤ ਜੀਵਾਂ ਨੂੰ ਗਿਆਨ ਸੁਮਾਰਗ ਦੱਸ ਕੇ ਕਲਯੁਗੀ ਜੀਵਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਮੱਤ ਨਾਲ ਜੋੜਨਗੇ। ਇਸ ਪ੍ਰਕਾਰ ਦੇ ਵਰਦਾਨ ਦੇ ਕੇ ਜੋਗੀ ਬਾਬਾ ਕਾਨ ਦਾਸ ਜੀ ਉੱਥੋਂ ਚਲੇ ਗਏ। ਬਾਬਾ ਜੀ ਦੇ ਜਾਣ ਸਮੇਂ ਦੰਪਤੀ ਜੋੜੇ ਨੇ ਵੰਦਨਾ ਕੀਤੀ ਤੇ ਪਿੱਛੋਂ ਸ਼ਰਧਾ ਭਾਵਨਾ ਨਾਲ ਸਿਮਰਨ ਵਿੱਚ ਤੇ ਆਪਣੀ ਕਿਰਤ ਵਿੱਚ ਲੀਨ ਹੋ ਗਏ। ਸੋ ਸੰਗਤ ਜੀ, ਬੋਲਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਹੋਈਆਂ ਹੋਣਗੀਆਂ ਜੀ, ਮਾਫ ਕਰਨਾ ਜੀ। ਤੇ ਬਾਬਾ ਜਵਾਲਾ ਸਿੰਘ ਜੀ ਦੀਆਂ ਹੋਰ ਵੀਡੀਓਜ਼ ਵੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।